ਨਾਲ ਆਪਾਂ ਨੂੰ ਜੋ ਐਸੇ ਇਹਨਾਂ ਨੇ ਭੇਜਿਆ ਵਧੀਆ ਟਾਈਪ ਦਾ ਵੈਸੇ ਐਸੇ ਥੋੜਾ ਜਿਹਾ ਇੱਕ ਵੱਖਰੀ ਜੀ ਟਾਈਪ ਆ ਜਿਹਦੇ ਵਿੱਚ ਟੂ ਵਟ ਐਕਸਟੈਂਟ ਦਾ ਕੰਬੀਨੇਸ਼ਨ ਬਣਾਇਆ ਵਾ ਇੱਕ ਕੁਐਸਚਨ ਦੇ ਨਾਲ ਜੀ। ਸੋ ਇਦਾਂ ਦੀਆਂ ਚੀਜ਼ਾਂ ਇੱਕ ਵੱਖਰੀ ਜੀ ਟਾਈਪ ਹੋ ਗਈ ਕਿਉਂਕਿ ਵੈਸੇ ਆਪਾਂ ਜਦੋਂ ਮੰਨਦੇ ਹੁੰਦੇ ਕਿ ਜੀ ਇੱਕ ਐਗਰੀ ਡਿਸਐਗਰੀ ਐਸੇ ਆ ਇੱਕ ਡਿਸਕਸ ਬੋਥ ਵੀ ਵਾਲਾ ਤਾਂ ਉਹ ਕੋਈ ਫਿਕਸ਼ਨ ਨਹੀਂ ਹੁੰਦੀਆਂ ਇਹਨਾਂ ਦਾ ਵੀ ਕੰਬੀਨੇਸ਼ਨ ਬਣਾ ਦਿੰਦੇ ਆ ਜੀ। ਇਹ ਆਪਣੇ ਮਾਈਂਡ 'ਚ ਰੱਖਣੀ ਗੱਲ ਜੀ। ਹੁਣ ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ ਤਾਂ ਆਪਾਂ ਨੂੰ ਜੋ ਸਟੇਟਮੈਂਟ ਹੈ ਜੀ ਇਹਨਾਂ ਨੇ ਕਿਹਾ ਕਹਿੰਦੇ ਜੀ ਹਾਂਜੀ ਕਹਿੰਦੇ ਜੀ ਇਹ ਚੀਜ਼ ਕਾਫੀ ਇੰਪੋਰਟੈਂਟ ਹੈ ਕਹਿੰਦੇ ਬੱਚਿਆਂ ਦੇ ਲਈ ਸਿੱਖਣੀ। ਕਹਿੰਦੇ ਬੱਚਿਆਂ ਦੇ ਲਈ ਸਿੱਖਣਾ ਬਹੁਤ ਇੰਪੋਰਟੈਂਟ ਹੈ। ਕੀ ਸਿੱਖਣਾ ਜੀ ਬਈ ਰਾਈਟ ਤੇ ਰੋਂਗ ਦੇ ਵਿੱਚ ਡਿਫਰੈਂਸ ਕੀ ਹੈ ਜੀ। ਕਹਿੰਦੇ ਰਾਈਟ ਤੇ ਰੋਂਗ ਦੇ ਵਿੱਚ ਡਿਫਰੈਂਸ ਸਿੱਖਣਾ ਬੱਚਿਆਂ ਦੇ ਲਈ ਪਹਿਲੀ ਸਟੇਜ ਦੇ ਵਿੱਚ ਹੀ ਬਹੁਤ ਜ਼ਰੂਰੀ ਹੈ ਜੀ। ਕਹਿੰਦੇ ਅੱਛਾ ਆਹ ਲਾਈਨ ਇਹਨਾਂ ਨੇ ਹੁਣ ਵੈਸੇ ਲਿਖੀ ਆ ਹਾਲੇ ਇਹ ਆਪਣੀ ਮੇਨ ਲਾਈਨ ਨਹੀਂ ਇਹ ਇਹਨਾਂ ਨੇ ਏਦਾਂ ਲਿਖਿਆ ਕਿ ਬੱਚਿਆਂ ਦੇ ਲਈ ਰਾਈਟ ਤੇ ਰੋਂਗ 'ਚ ਡਿਫਰੈਂਸ ਸਿੱਖਣਾ ਪਹਿਲੀ ਸਟੇਜ ਦੇ ਵਿੱਚ ਹੀ ਜ਼ਰੂਰੀ ਹੈ ਜੀ। ਅੱਗੇ ਜਾ ਕੇ ਹੁਣ ਕੀ ਕਹਿੰਦੇ ਕਹਿੰਦੇ ਪੁਨਿਸ਼ਮੈਂਟ ਜ਼ਰੂਰੀ ਹੈ ਜੀ। ਕਹਿੰਦੇ ਉਹਨਾਂ ਦੀ ਹੈਲਪ ਕਰਨ ਦੇ ਲਈ ਉਹਨਾਂ ਨੂੰ ਆਹ ਵਾਲਾ ਫਰਕ ਸਿਖਾਉਣ ਦੇ ਲਈ ਪੁਨਿਸ਼ਮੈਂਟ ਬਹੁਤ ਜ਼ਰੂਰੀ ਹੈ ਜੀ। ਉਹ ਕਹਿੰਦੇ ਯਾਨੀ ਕਿ ਇੱਕ ਬੱਚੇ ਨੇ ਕੋਈ ਰੋਂਗ ਕੰਮ ਕੀਤਾ ਤਾਂ ਉਹਨੂੰ ਪੁਨਿਸ਼ਮੈਂਟ ਦੇ ਕੇ ਦੱਸਾਂਗੇ ਵੀ ਇਹ ਰੋਂਗ ਸੀਗਾ ਤੇ ਰਾਈਟ ਆਹ ਵਾਲਾ ਕੰਮ। ਪਹਿਲੇ ਚ ਕਹਿੰਦੇ ਜੀ ਬੱਚਿਆਂ ਨੂੰ ਰਾਈਟ ਤੇ ਰੋਂਗ ਦੇ ਵਿੱਚ ਫਰਕ ਦੱਸਣਾ ਬਹੁਤ ਜ਼ਰੂਰੀ ਹੈ। ਦੂਜੇ ਚ ਕਹਿ ਰਿਹਾ ਜੀ ਪੁਨਿਸ਼ਮੈਂਟ ਹੈਲਪ ਕਰਦੀ ਜੀ। ਕਹਿੰਦੇ ਇੱਥੇ ਕਹਿੰਦੇ ਪਨਿਸ਼ਮੈਂਟ ਜ਼ਰੂਰੀ ਆ ਉਹਨਾਂ ਨੂੰ ਹੈਲਪ ਕਰਨ ਦੇ ਲਈ ਉਹਨਾਂ ਨੂੰ ਸਿਖਾਉਣ ਦੇ ਲਈ। ਇਹ ਜਿਹੜੀ ਯਾਨੀ ਕਿ ਡਿਸਟਿੰਕਸ਼ਨ ਆ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਫਰਕ ਹੈ ਜੀ ਉਹ ਸਿਖਾਉਣ ਦੇ ਲਈ ਕਹਿੰਦੇ ਜਿਹੜੀ ਪਨਿਸ਼ਮੈਂਟ ਆ ਉਹ ਜ਼ਰੂਰੀ ਹੈ ਜੀ ਉਹ ਹੈਲਪ ਕਰਦੀ ਹੈ। ਕਿਸ ਹੱਦ ਤੱਕ ਤੁਸੀਂ ਐਗਰੀ ਜਾਂ ਡਿਸਐਗਰੀ ਹੋ ਕਿਹੜੀ ਗੱਲ ਦੇ ਨਾਲ ਐਗਰੀ ਡਿਸਐਗਰੀ ਕਰਾਉਣ ਲੱਗੇ ਆ ਕਿ ਪਨਿਸ਼ਮੈਂਟ ਜ਼ਰੂਰੀ ਆ। ਪਹਿਲਾ ਗੱਲ ਤਾਂ ਆਪਣਾ ਜੋ ਆਪਣਾ ਟਾਸਕ ਆ ਦੋ ਹਿੱਸਿਆਂ 'ਚ ਹਾਫ ਹਾਫ ਵੰਡਿਆ ਜੀ। ਪਹਿਲਾਂ ਤਾਂ ਤੁਹਾਡੇ ਤੋਂ ਪੁੱਛ ਰਹੀ ਤੁਸੀਂ ਕਿਸ ਹੱਦ ਤੱਕ ਐਗਰੀ ਹੋ ਜਾਂ ਡਿਸਐਗਰੀ ਹੋ ਕਿਹੜੀ ਗੱਲ ਦੇ ਨਾਲ ਵੀ ਪਨਿਸ਼ਮੈਂਟ ਜ਼ਰੂਰੀ ਆ ਉਹਨਾਂ ਨੂੰ ਰਾਈਟ ਤੇ ਰੋਂਗ ਦੇ ਵਿੱਚ ਫਰਕ ਦਿਖਾਉਣ ਦੇ ਲਈ। ਤਾਂ ਜੇ ਤੁਸੀਂ ਐਗਰੀ ਹੋ ਤਾਂ ਤੁਹਾਡਾ ਮਤਲਬ ਕਿ ਜੀ ਪਨਿਸ਼ਮੈਂਟ ਜ਼ਰੂਰੀ ਆ ਬਿਲਕੁਲ। ਜੇ ਤੁਸੀਂ ਡਿਸਐਗਰੀ ਹੋ ਤੁਸੀਂ ਕਹੋਗੇ ਨਹੀਂ ਜੀ ਪਨਿਸ਼ਮੈਂਟ ਨਹੀਂ ਜ਼ਰੂਰੀ ਵੀ ਚਲੋ ਪਿਆਰ ਨਾਲ ਵੀ ਦੱਸਿਆ ਜਾ ਸਕਦਾ ਫਿਰ ਤੁਸੀਂ ਹੋਰ ਗੱਲਾਂ ਲਿਖੋਗੇ। ਹੁਣ ਅੱਗੇ ਆਪਾਂ ਕੀ ਲਿਖਦੇ ਹੁੰਦੇ ਜੀ ਦੋ ਬੀਪੀ ਬਣਾਉਂਦੇ ਹੁੰਦੇ ਐਗਰੀ ਡਿਸਐਗਰੀ ਅੱਗੇ ਆਪਣੇ ਕੋਲੇ ਐਸੇ ਹੁੰਦੇ ਹੀ ਇੱਥੋਂ ਤੱਕ ਹੈ ਜੀ ਜਾਂ ਆਪਾਂ ਫੁੱਲੀ ਹੋ ਜਾਂਦੇ ਜਾਂ ਆਪਾਂ ਪਾਰਸ਼ਲੀ ਹੋ ਜਾਂਦੇ ਤਾਂ ਦੋਨੇ ਬੀਪੀ ਉਹਨਾਂ ਤੇ ਬਣਾਉਣੇ ਸੀ ਆਪਾਂ। ਹੁਣ ਇੱਕ ਕੁਐਸਚਨ ਹੋਰ ਲਿਖਿਆ ਪਿਆ ਜੀ ਇਹਦਾ ਮਤਲਬ ਹੈ ਟੂ ਵਟ ਜਿਹੜਾ ਉੱਪਰ ਕਿਹਾ ਐਗਰੀ ਡਿਸਐਗਰੀ ਟੂ ਵਟ ਐਕਸਟੈਂਟ ਐਗਰੀ ਡਿਸਐਗਰੀ ਇਹ ਚੀਜ਼ ਦਾ ਕੰਮ ਆਪਾਂ ਬੀਪੀ 1 ਦੇ ਵਿੱਚ ਹੀ ਨਿਬੇੜ ਦਾਂਗੇ ਜੀ। ਐਤਕੀ ਸਿਰਫ ਬੀਪੀ 1 ਦੇ ਵਿੱਚ 2 ਪੁਆਇੰਟ ਸੋਚ ਕੇ ਦੱਸਦਾ ਮੈਂ ਤੁਹਾਨੂੰ ਜੀ। ਤੇ ਕਿਉਂਕਿ ਬੀਪੀ 2 ਆਪਾਂ ਕਦ ਸ਼ੁਰੂ ਕਰ ਲਾਂਗੇ ਇੱਕ ਹੋਰ ਕੁਐਸਚਨ ਪੁੱਛਿਆ ਪਿਆ ਜੀ ਉਹਨਾਂ ਦਾ ਕਹਿੰਦੇ ਵਟ ਸੌਰਟ ਆਫ ਪਨਿਸ਼ਮੈਂਟ ਕਿਹੜੇ ਤਰ੍ਹਾਂ ਦੀ ਪਨਿਸ਼ਮੈਂਟ ਕਹਿੰਦੇ ਪੇਰੈਂਟਸ ਐਂਡ ਟੀਚਰਸ ਨੂੰ ਅਲਾਉ ਹੋਣੀ ਚਾਹੀਦੀ ਆ ਯੂਜ਼ ਕਰਨ ਦੇ ਲਈ ਟੂ ਟੀਚ ਗੁੱਡ ਬਿਹੇਵੀਅਰ ਟੂ ਚਿਲਡਰਨ। ਕਹਿ ਰਹੇ ਆ ਜੀ ਕਿ ਪੇਰੈਂਟਸ ਤੇ ਟੀਚਰ ਨੂੰ ਕਿਸ ਤਰ੍ਹਾਂ ਦੀ ਪਨਿਸ਼ਮੈਂਟ ਕਿਉਂਕਿ ਪਨਿਸ਼ਮੈਂਟ ਦੀਆਂ ਵੀ ਤਾਂ ਟਾਈਪਸ ਹੁੰਦੀਆਂ ਨਾ ਜੀ ਕਿਸ ਤਰ੍ਹਾਂ ਦੀ ਪਨਿਸ਼ਮੈਂਟ ਕਹਿੰਦੇ ਉਹਨਾਂ ਨੂੰ ਅਲਾਉ ਹੋਣੀ ਚਾਹੀਦੀ ਆ ਪੇਰੈਂਟਸ ਨੂੰ ਤੇ ਟੀਚਰਸ ਨੂੰ ਬੱਚਿਆਂ ਨੂੰ ਗੁੱਡ ਬਿਹੇਵੀਅਰ ਸਿਖਾਉਣ ਦੇ ਲਈ। ਸੋ ਬੀਪੀ 1 ਦੇ ਵਿੱਚ ਤੁਸੀਂ ਕਿਹੜੀ ਚੀਜ਼ ਦਾ ਆਨਸਰ ਦੇਣਾ ਜੀ ਕਿ ਤੁਸੀਂ ਕਿਸ ਹੱਦ ਤੱਕ ਐਗਰੀ ਹੋ ਕਿ ਪਨਿਸ਼ਮੈਂਟ ਜ਼ਰੂਰੀ ਹੈ ਜੀ। ਤੇ ਦੂਸਰੇ ਵਿੱਚ ਕਿ ਜੀ ਕਿਸ ਤਰ੍ਹਾਂ ਦੀ ਪਨਿਸ਼ਮੈਂਟ ਜਿਹੜੀ ਹੈਗੀ ਆ ਉਹ ਟੀਚਰਸ ਤੇ ਪੇਰੈਂਟਸ ਨੂੰ ਅਲਾਉਡ ਹੋਣੀ ਚਾਹੀਦੀ। ਸੋ ਇਹ ਤੁਹਾਡਾ ਐਸੇ ਹੈ ਥੋੜਾ ਜਿਹਾ ਟ੍ਰਿਕੀ ਹੈ ਜੀ। ਕਈ ਬੱਚਿਆਂ ਨੇ ਸਾਰਾ ਐਗਰੀ ਡਿਸਐਗਰੀ ਉੱਪਰ ਹੀ ਲਿਖਿਆ ਹੋਣਾ ਇਹਨੂੰ ਨੀਚੇ ਵਾਲਾ ਕੁਐਸਚਨ ਤੇ ਜ਼ਿਆਦਾ ਨਿਗਾਹ ਨਹੀਂ ਮਾਰਨੀ ਜਾਂ ਬੱਚਿਆਂ ਦੀ ਜਿਹੜੀ ਆਰਗੇਨਾਈਜੇਸ਼ਨ ਹੋਊਗੀ ਬੀਪੀ ਨੂੰ ਸੈਪਰੇਟ ਕਰਨ ਦੀ ਉਹ ਬੜੀ ਪੂਰ ਹੋ ਸਕਦੀ ਹੈ। ਕੁਝ ਪਤਾ ਹੀ ਨਹੀਂ ਲੱਗਦਾ ਹੋਣਾ ਪਹਿਲੇ ਬੀਪੀ ਦੇ ਵਿੱਚ ਐਗਰੀ ਡਿਸਐਗਰੀ ਜਿਹੜੇ ਪਾਰਸ਼ੀਅਲੀ ਹੋ ਗਏ ਉਹ ਤਾਂ ਉਦੋਂ ਜ਼ਿਆਦਾ ਟਾਸਕ ਰਿਸਪੌਂਸ ਦਾ ਸੱਤਿਆਨਾਸ਼ ਮਾਰ ਕੇ ਆਉਣਗੇ ਕਿਉਂਕਿ ਹੁਣ ਪਾਰਸ਼ੀਅਲੀ ਹੋ ਗਏ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਪਹਿਲੇ 2 ਬੀਪੀ ਬਣਾਈਏ ਜਾਂ ਪਹਿਲੇ ਬੀਪੀ ਦੇ ਵਿੱਚ ਹੁਣ ਮੈਂ ਪਾਰਸ਼ੀਅਲੀ ਕਿਵੇਂ ਲਿਖਾਂ ਵੀ ਪਹਿਲਾ ਪੁਆਇੰਟ ਮੈਂ ਲਿਖਾਂ ਐਗਰੀ ਦਾ ਦੂਸਰਾ ਮੈਂ ਲਿਖਾਂ ਡਿਸਐਗਰੀ ਦਾ ਕਿਉਂਕਿ ਨੀਚੇ ਇੱਕ ਆਨਸਰ ਹੋਰ ਵੀ ਦੇਣਾ ਵਾ। ਇਦਾਂ ਦੇ ਐਸਿਆਂ ਦੇ ਵਿੱਚ ਜਿੰਨਾ ਕਲੀਅਰ ਕੱਟ ਲਿਖੋਗੇ ਟਾਸਕ ਰਿਸਪੌਂਸ ਦੇ ਵਿੱਚੋਂ 7 ਬੈਂਡ ਵੀ ਲੈ ਸਕਦੇ ਹੋ। ਜਿੰਨਾ ਜ਼ਿਆਦਾ ਤੁਸੀਂ ਕਨਫਿਊਜ਼ ਕਰਤਾ ਰੀਡਰ ਨੂੰ ਟਾਸਕ ਰਿਸਪੌਂਸ ਚੋਂ 5.5 ਬੈਂਡ ਵੀ ਹੋ ਸਕਦੇ ਆ ਜੀ। ਇਹ ਚੀਜ਼ ਦਾ ਧਿਆਨ ਰੱਖਣਾ ਜੀ। ਸੋ ਇੱਥੇ ਮੈਂ ਤੁਹਾਨੂੰ ਇਹ ਚੀਜ਼ ਪਹਿਲੀ ਗੱਲ ਜਦੋਂ ਅੱਜ ਦੋ ਚੀਜ਼ਾਂ ਦੇ ਨਾਲ ਏਦਾਂ ਪੰਗੇ ਲੈ ਰਹੇ ਆ ਤਾਂ ਮੇਰੇ ਹਿਸਾਬ ਨਾਲ ਪਾਰਸ਼ੀਅਲੀ ਤਾਂ ਚੀਜ਼ ਹੀ ਖਤਮ ਕਰ ਦਿਓ ਜੀ। ਇੱਥੇ ਜਮੇ ਜਾਂ ਤਾਂ ਕਹਿ ਦੋ ਕਿ ਜੀ ਪਨਿਸ਼ਮੈਂਟ ਜ਼ਰੂਰੀ ਆ ਮੈਂ ਇਹ ਨਾਲ ਐਗਰੀ ਆ ਜਾਂ ਕਹਿ ਦੋ ਜੀ ਮੈਂ ਇਹਦੇ ਨਾਲ ਡਿਸਐਗਰੀ ਆ। ਐਗਰੀ ਤੇ ਡਿਸਐਗਰੀ ਦੋਨਾਂ ਚੋਂ ਇੱਕ ਚੂਜ਼ ਕਰ ਲਓ ਉਹ ਬੀਪੀ 1 ਚ ਲਿਖੋਗੇ 2 ਪੁਆਇੰਟ ਸੋਚਣੇ ਆ ਸਿਰਫ। ਜੇ ਤੁਸੀਂ ਐਗਰੀ ਹੋ ਗਏ ਤਾਂ ਬੀਪੀ 1 ਚ ਸਿਰਫ 2 ਪੁਆਇੰਟ ਸੋਚੋ ਬਸ ਵੈਰੀ ਸਿੰਪਲ ਬਣਾ ਦਿਓ ਐਸੇ ਨੂੰ।
ਜੇ ਡਿਸਐਗਰੀ ਹੋ ਤਾਂ ਵੀ 2 ਪੁਆਇੰਟ ਬਣਾ ਦਿਓ ਜੀ। ਤੇ ਨੀਚੇ ਹੁਣ ਤੁਸੀਂ ਜਿਹੜਾ BP2 ਲਿਖਣਾ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਜੀ, ਟਾਈਪ ਵੀ ਦੱਸਣੀ ਆ ਕਿ ਕਿਸ ਟਾਈਪ ਦੀ ਪਨਿਸ਼ਮੈਂਟ ਅਲਾਉ ਹੋਣੀ ਚਾਹੀਦੀ ਹੈ। ਤਾਂ ਹੁਣ ਮੰਨ ਕੇ ਚੱਲੋ ਤੁਸੀਂ BP1 ਜੀ, BP1 ਤੁਸੀਂ ਐਗਰੀ ਹੋ ਗਏ ਜੀ, ਤੁਸੀਂ ਫੁੱਲੀ ਐਗਰੀ ਹੋ ਗਏ, ਤੁਹਾਡੇ ਅਕੋਰਡਿੰਗ ਜੀ ਜਿਹੜੀ ਪਨਿਸ਼ਮੈਂਟ ਆ ਬਿਲਕੁਲ ਜੀ ਉਹ ਜ਼ਰੂਰੀ ਹੈ ਜੀ, ਉਹ ਹੈਲਪ ਕਰਦੀ ਹੈ ਜੀ। ਕਿਵੇਂ ਹੈਲਪ ਕਰਦੀ ਹੈ, ਕਿਉਂ ਤੁਸੀਂ ਐਗਰੀ ਹੋਏ? ਹੁਣ ਰੀਜ਼ਨ ਲਿਖਣੇ ਜੀ ਤੁਸੀਂ ਇਹਦੇ, ਰੀਜ਼ਨ ਲਿਖ ਕੇ ਉਹਨੂੰ ਐਕਸਪਲੇਨ ਵੀ ਕਰੋਗੇ ਜੀ। ਮੰਨ ਲਓ ਤੁਸੀਂ ਪਹਿਲਾ ਰੀਜ਼ਨ ਸੋਚਿਆ ਜੀ, ਤੁਸੀਂ ਬਿਲਕੁਲ ਜੀ ਮੈਂ ਐਗਰੀ ਹਾਂ, ਮੇਰਾ ਪਹਿਲਾ ਰੀਜ਼ਨ ਹੈਗਾ ਕਿ ਜਿਹੜੀ ਪਨਿਸ਼ਮੈਂਟ ਉਹ ਹੈਲਪ ਕਰਦੀ ਹੈ। ਬਿਲਕੁਲ ਜੀ, ਕਿਵੇਂ ਹੈਲਪ ਕਰਦੀ ਹੈ? ਤੁਸੀਂ ਕੋ ਦੇਖੋ ਜੀ, ਜਿਹੜੀ ਪਨਿਸ਼ਮੈਂਟ ਆ ਉਹ ਜ਼ਰੂਰੀ ਆ, ਕਿਉਂਕਿ ਪਨਿਸ਼ਮੈਂਟ ਦੇ ਨਾਲ ਉਹਨਾਂ ਨੂੰ ਜਦੋਂ ਥੋੜਾ ਮੋਟਾ ਪੇਨ ਹੁੰਦਾ, ਪੇਨ ਏਦਾਂ ਨਹੀਂ ਕਹਿ ਰਿਹਾ ਕਿ ਫਿਜ਼ੀਕਲ ਪੇਨ ਹੀ, ਇੱਕ ਤਰ੍ਹਾਂ ਦਾ ਸਾਈਕੋਲੋਜੀਕਲ ਪੇਨ ਵੀ ਤਾਂ ਹੋ ਹੀ ਸਕਦਾ ਜੀ। ਮੰਨ ਕੇ ਚੱਲੋ, ਦੇਖੋ ਫਿਜ਼ੀਕਲ ਪੇਨ ਕਿਹੜਾ ਹੁੰਦਾ ਜੀ, ਜਿਹੜਾ ਉਹਨਾਂ ਦੀ ਬੋਡੀ ਤੇ ਉਹਨਾਂ ਨੇ ਯਾਨੀ ਕਿ ਪੇਰੈਂਟਸ ਨੇ ਜਿਵੇਂ ਸਲੈਪ ਵਗੈਰਾ ਕੀਤਾ, ਉਹ ਹੈਗਾ ਫਿਜ਼ੀਕਲ ਪੇਨ। ਹੁਣ ਮੰਨ ਕੇ ਚੱਲੋ ਕੋਈ ਪੇਰੈਂਟਸ ਝਿੜਕ ਰਹੇ ਆ, ਸਕੋਲਡ, ਦੇਖੋ ਸਕੋਲਡਿੰਗ ਕੀ ਹੈ ਜੀ, ਸਕੋਲਡਿੰਗ ਇੱਕ ਸਾਈਕੋਲੋਜੀਕਲ ਪਨਿਸ਼ਮੈਂਟ ਹੁੰਦੀ ਆ। ਸਕੋਲਡਿੰਗ ਦੇ ਵਿੱਚ ਕੋਈ ਬੰਦਾ ਕਿਸੇ ਨੂੰ ਹੱਥ ਨਹੀਂ ਲਾਉਂਦਾ, ਬੋਡੀ ਨੂੰ ਟੱਚ ਵੀ ਨਹੀਂ ਕਰਦਾ, ਦੂਰ ਖੜਾ ਹੋ ਕੇ ਸਿਰਫ ਝਿੜਕਦਾ ਵਾ ਉਹਨੂੰ। ਹੁਣ ਦੇਖੋ ਜਿਹੜਾ ਤਾਂ ਸਲੈਪ ਕੀਤਾ ਵਾ, ਸਲੈਪ ਕੀਤਾ ਜਿਹੜਾ ਇੰਪੈਕਟ ਪੈਣਾ ਵਾ ਉਹ ਬੋਡੀ ਤੇ ਪੈਣਾ ਡਾਇਰੈਕਟਲੀ, ਜਿੱਥੇ ਵੀ ਕੋਈ ਚੀਜ਼ ਮਾਰੀ ਉੱਥੇ ਪੇਨ ਹੋਣਾ ਵਾ। ਇਹ ਫਿਜ਼ੀਕਲ ਪਨਿਸ਼ਮੈਂਟ ਆ। ਸਾਈਕੋਲੋਜੀਕਲ ਦੇ ਨਾਲ ਵੀ ਅਸਰ ਤਾਂ ਪੈਣਾ ਵਾ ਨਾ, ਪਰ ਉਹ ਕੱਲਾ ਬ੍ਰੇਨ ਤੇ ਪੈ ਰਿਹਾ ਜੀ, ਵੈਸੇ ਪੇਨ ਨਹੀਂ ਹੋ ਰਹੀ, ਬ੍ਰੇਨ ਤੇ ਅਸਰ ਪੈ ਰਿਹਾ ਵਾ ਝੜਕਾਂ ਦਾ, ਤੇ ਉਹ ਇੱਕ ਸਾਈਕੋਲੋਜੀਕਲ ਪਨਿਸ਼ਮੈਂਟ ਹੈ ਜੀ। ਤਾਂ ਇੱਥੇ ਧਿਆਨ ਨਾਲ ਦੇਖੋ, ਤੁਸੀਂ ਕਹੋ ਜੀ ਬਿਲਕੁਲ ਮੈਂ ਇਹ ਮੰਨਦਾ ਵਾਂ ਜੀ ਕਿ ਪਨਿਸ਼ਮੈਂਟ ਤਾਂ ਹੋਣੀ ਹੀ ਚਾਹੀਦੀ ਹੈ ਜੀ, ਕਿਉਂਕਿ ਪਨਿਸ਼ਮੈਂਟ ਜਿਹੜੀ ਹੈਗੀ ਆ ਉਹਦੇ ਨਾਲ ਹੀ ਇੱਕ ਪਰਸਨ ਨੂੰ ਪਤਾ ਲੱਗਦਾ ਵਾ, ਸੈਕਿੰਡ ਟਾਈਮ ਉਹ ਅੱਗੇ ਨਾਲੋਂ ਜ਼ਿਆਦਾ ਕੌਨਸ਼ੀਅਸ ਰਹਿੰਦਾ ਜੀ। ਤੁਸੀਂ ਕਹੋ ਜੀ ਪਨਿਸ਼ਮੈਂਟ ਜਿਹੜੇ ਮਰਜ਼ੀ ਤਰ੍ਹਾਂ ਦੀ ਹੋਵੇ, ਹਲੇ ਤੁਸੀਂ ਇਹਦੇ ਵਿੱਚ ਟਾਈਪ ਨਹੀਂ ਦੱਸਣੀ BP1 ਦੇ ਵਿੱਚ, ਉਹ BP2 ਚ ਜਾ ਕੇ ਆਪਾਂ ਸਿਲੈਕਟ ਕਰਾਂਗੇ ਕਿ ਕਿੱਦਾਂ ਦੀ ਪਨਿਸ਼ਮੈਂਟ ਹੋਵੇ। ਤਾਂ BP1 ਚ ਆਪਾਂ ਕਵਾਂਗੇ ਜੀ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਬਿਲਕੁਲ, ਕਿਉਂਕਿ ਜਦੋਂ ਕਿਸੇ ਪਰਸਨ ਨੂੰ ਪੇਨ ਹੁੰਦਾ, ਚਾਹੇ ਉਹ ਫਿਜ਼ੀਕਲ ਪੇਨ ਆ ਚਾਹੇ ਉਹ ਸਾਈਕੋਲੋਜੀਕਲ ਪੇਨ ਆ, ਉਹ ਪੇਨ ਉਹਨੂੰ ਫਿਊਚਰ ਦੇ ਵਿੱਚ ਰੀਕਾਲ ਕਰਵਾਉਂਦਾ ਵਾ, ਯਾਨੀ ਕਿ ਰਿਮਾਈਂਡ ਕਰਵਾਉਂਦਾ ਵਾ ਕਿ ਉਹਨੇ ਪਾਸਟ ਦੇ ਵਿੱਚ ਕੋਈ ਨਾ ਕੋਈ ਗਲਤੀ ਕੀਤੀ ਸੀਗੀ ਜੀ, ਉਹਨੂੰ ਹੁਣ ਸਿੱਖ ਮਿਲੀ ਉਹਦੇ ਤੋਂ, ਤੇ ਉਹਨੂੰ ਹੁਣ ਚੰਗੀ ਤੇ ਬੁਰੀ ਚੀਜ਼ ਦੇ ਵਿੱਚ ਫਰਕ ਹੋਊਗਾ ਜੀ। ਤੇ ਜੇ ਆਪਾਂ ਕੋਈ ਵੀ ਮੰਨ ਕੇ ਲਓ ਪਨਿਸ਼ਮੈਂਟ ਨਹੀਂ ਦਿੰਦੇ, ਮੰਨ ਕੇ ਲਓ ਕਿਸੇ ਬੰਦੇ ਨੇ ਕੋਈ ਤੁਸੀਂ ਕਰੋ ਗਲਤੀ ਕੀਤੀ, ਆਪਾਂ ਇਗਨੋਰ ਕਰਤਾ ਉਹਨੂੰ, ਤਾਂ ਫਿਰ ਤਾਂ ਉਹਨੂੰ ਫਰਕ ਪਤਾ ਨਹੀਂ ਲੱਗਣਾ ਜੀ। ਵਿਦਆਊਟ ਪਨਿਸ਼ਮੈਂਟ ਤੁਸੀਂ ਕਹਿ ਦਿਓ ਹਾਰਡਲੀ ਦੁਨੀਆ ਤੇ ਕੋਈ ਪਰਸਨ ਆ ਜਿਹੜਾ ਸਿੱਖ ਸਕਦਾ ਜੀ, ਕਿਉਂਕਿ ਜੇ ਤੁਸੀਂ ਦੇਖੋ ਤਾਂ ਆਪਾਂ ਲਾਈਫ ਦੇ ਵਿੱਚ ਹਰ ਇੱਕ ਚੀਜ਼ ਪਨਿਸ਼ਮੈਂਟ ਤੋਂ ਸਿੱਖਦੇ ਆ, ਕੋਈ ਟੀਚਰ ਦੀ ਪਨਿਸ਼ਮੈਂਟ ਤੋਂ, ਕੋਈ ਪੇਰੈਂਟਸ, ਕੋਈ ਆਪਣੇ ਬੌਸ ਦੀ ਪਨਿਸ਼ਮੈਂਟ ਤੋਂ ਜੀ, ਕੋਈ ਆਪਣੇ ਪਾਰਟਨਰ ਦੀ ਪਨਿਸ਼ਮੈਂਟ ਤੋਂ, ਹਰ ਇੱਕ ਚੀਜ਼ ਦੁਨੀਆ ਦੀ ਤੁਸੀਂ ਕਹ ਦਿਓ ਜੀ ਪਨਿਸ਼ਮੈਂਟ ਤੋਂ ਹੀ ਸਿੱਖੀ ਜਾਂਦੀ ਹੈ ਜੀ। ਤਾਂ ਇਹ ਤੁਹਾਡਾ ਪਹਿਲਾ BP ਹੋ ਗਿਆ ਜੀ। ਇਹਦੇ ਕੋਈ ਹੋਰ ਪੁਆਇੰਟ ਦੂਸਰਾ ਸੋਚ ਕੇ ਵੀ ਲਿਖ ਸਕਦੇ ਹੋ ਜੀ। ਪਹਿਲਾਂ ਆਪਾਂ ਵੈਸੇ ਐਕਸਪਲੇਨ ਕਰਤਾ ਪੂਰਾ ਕਿ ਜਿਹੜੀ ਯਾਨੀ ਕਿ ਪਨਿਸ਼ਮੈਂਟ ਹੁੰਦੀ ਆ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ, ਸਾਈਕੋਲੋਜੀਕਲ ਹੋਵੇ ਜਾਂ ਫਿਜ਼ੀਕਲ ਹੋਵੇ, ਤਾਂ ਉਹ ਇੱਕ ਪਰਸਨ ਨੂੰ ਸਿਖਾਉਣ ਦਾ ਕੰਮ ਕਰਦੀ ਹੈ ਜੀ, ਯਾਨੀ ਕਿ ਲਾਈਫ ਟਾਈਮ ਦੇ ਲਈ। ਫਿਊਚਰ ਦੇ ਵਿੱਚ ਜਦੋਂ ਵੀ ਉਹ ਗਲਤੀ, ਕੋਈ ਚੰਗੀ ਜਾਂ ਬੁਰੀ ਚੀਜ਼, ਉਹਨੂੰ ਆਪਣਾ ਪਾਸਟ ਚੇਤੇ ਆਉਂਦਾ ਵਾ ਕਿ ਮੈਂ ਯਾਨੀ ਕਿ ਪਾਸਟ ਵਿੱਚ ਸਫਰ ਕੀਤਾ, ਮੈਨੂੰ ਇਹਦੀ ਯਾਨੀ ਕਿ ਪਨਿਸ਼ਮੈਂਟ ਮਿਲੀ ਹੈ। ਖਾਸ ਕਰਕੇ ਬੱਚਿਆਂ ਨੂੰ ਤਾਂ ਜੀ, ਬੱਚਿਆਂ ਨੂੰ ਯਾਦ ਰਹੂਗਾ ਤੁਸੀਂ ਕਹਿ ਦਿਓ ਜੀ। ਤੇ ਬਾਅਦ ਚੋਂ ਫੋਰ ਐਗਜ਼ਾਮਪਲ ਆਪਾਂ ਜੋ ਵੀ ਚੀਜ਼ਾਂ ਕਹੀਆਂ ਜੀ ਇੱਥੇ ਸਾਰੀ ਕੋਹਰੈਂਸ ਬਣਾ ਸਕਦੇ ਹੋ ਇਹਦੇ ਵਿੱਚ, ਤਾਂ ਤੁਸੀਂ ਇਹਦੇ ਵਿੱਚ ਐਗਰੀ ਹੋ ਗਏ ਜੀ ਸਾਰੇ। ਹੁਣ BP2 ਦੇ ਵਿੱਚ ਆਉਂਦਾ ਵਾ ਵਟ ਸੌਰਟ ਆਫ ਪਨਿਸ਼ਮੈਂਟ, ਕਿਸ ਟਾਈਪ ਦੀ ਪਨਿਸ਼ਮੈਂਟ। ਤਾਂ ਹੁਣ ਤੁਸੀਂ BP ਦੇ ਵਿੱਚ ਇੱਕ ਟਾਈਪ ਚੂਜ਼ ਕਰ ਲਓਗੇ। ਹੁਣ ਪਨਿਸ਼ਮੈਂਟ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜੀ? 2 ਤਰ੍ਹਾਂ ਦੀ ਹੁੰਦੀ। ਇੱਕ ਤਾਂ ਹੁੰਦੀ ਫਿਜ਼ੀਕਲ ਪਨਿਸ਼ਮੈਂਟ, ਉਹ ਇੱਕ ਸਲੈਪ ਕਰਨੀ ਜਾਂ ਸਟਿੱਕ ਦੇ ਨਾਲ ਕੁੱਟਣਾ ਕਿਸੇ ਨੂੰ, ਕਿਸੇ ਵੀ ਚੀਜ਼ ਦੇ ਨਾਲ। ਤੇ ਇੱਕ ਹੋ ਗਈ ਜੀ ਸਾਈਕੋਲੋਜੀਕਲ ਪਨਿਸ਼ਮੈਂਟ। ਸਾਈਕੋਲੋਜੀਕਲ ਦੇ ਵਿੱਚ ਕੀ ਹੋ ਗਿਆ? ਸਕੋਲਡਿੰਗ, ਹਿਊਮਿਲੇਸ਼ਨ ਹੋ ਗਿਆ, ਕਿਸੇ ਨਾਲ ਯਾਨੀ ਕਿ ਬੁਰਾ ਵਰਤਾਵ ਕਰਨਾ, ਜਾਂ ਕਿਸੇ ਨੂੰ ਯਾਨੀ ਕਿ ਬੁਲਾਉਣਾ ਨਾ, ਕਿਸੇ ਨੂੰ ਡਰਾਉਣਾ। ਇਹ ਸਾਰੀਆਂ ਚੀਜ਼ਾਂ ਸਾਈਕੋਲੋਜੀਕਲ ਦੇ ਵਿੱਚ ਆਉਂਦੀਆਂ ਜੀ, ਜਿਹਦੇ ਵਿੱਚ ਆਪਾਂ ਬੋਡੀ ਨਾਲ ਹਾਰਮ ਨਹੀਂ ਕਰਦੇ, ਜਸਟ ਆਪਾਂ ਬੋਲ ਕੇ ਸਾਈਕੋਲੋਜੀਕਲ ਇੰਪੈਕਟ ਛੱਡਦੇ ਉਹਦੇ ਉੱਪਰ। ਤਾਂ ਤੁਸੀਂ ਇੱਥੇ ਜਦੋਂ BP2 ਦੇ ਵਿੱਚ ਕੋਈ ਵੀ ਤਰ੍ਹਾਂ ਦੀ ਪਨਿਸ਼ਮੈਂਟ ਨੂੰ ਚੂਜ਼ ਕਰਨੀ ਤਾਂ ਪੈਣੀ ਹੈ ਜੀ, ਕਿਉਂਕਿ BP2 ਚ ਉਹਨਾਂ ਨੇ ਤੁਹਾਨੂੰ ਕਿਹਾ ਵਾ ਕਿ ਕਿੱਦਾਂ ਦੀ ਪਨਿਸ਼ਮੈਂਟ ਪੇਰੈਂਟਸ ਤੇ ਟੀਚਰ ਦੇ ਕੋਲੇ ਅਲਾਉ ਹੋਣੀ ਚਾਹੀਦੀ ਹੈ।
ਇੱਕ ਤਾਂ ਚੂਜ਼ ਕਰੋਗੇ ਜੀ। ਜੇ ਤੁਸੀਂ ਹੁਣ ਤੁਸੀਂ ਕਹੋਗੇ ਸਰ ਜੇ ਮੈਂ BP1 ਚ ਡਿਸਐਗਰੀ ਹੋ ਗਿਆ ਕਿ ਜੀ ਪਨਿਸ਼ਮੈਂਟ ਤਾਂ ਮਿਲਣੀ ਚਾਹੀਦੀ ਨਹੀਂ, ਤੇ ਸਰ ਮੈਂ ਹੁਣ BP2 ਦਾ ਹੁਣ ਜਿਹੜਾ ਸੈਕਿੰਡ ਕੁਐਸਚਨ ਆ ਉਹਦਾ ਹੁਣ ਮੈਂ ਕੀ ਕਵਾਂ ਜੀ, ਮੈਂ ਤਾਂ ਮੰਨਦਾ ਵਾਂ ਕਿ ਪਨਿਸ਼ਮੈਂਟ ਹੋਣੀ ਨਹੀਂ ਚਾਹੀਦੀ। ਮੈਂ ਤੁਹਾਨੂੰ ਕਹਿ ਰਿਹਾ ਕਿ BP1 ਦੇ ਵਿੱਚ ਓਪੀਨੀਅਨ ਪੁੱਛਿਆ ਉਹਨਾਂ ਨੇ ਤੁਹਾਡਾ, ਠੀਕ ਹੈ ਜੀ। BP2 ਦੇ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪਨਿਸ਼ਮੈਂਟ ਤਾਂ ਦੱਸਣੀ ਹੀ ਪੈਣੀ ਹੈ ਜੀ ਉਹਨਾਂ ਨੂੰ। ਸਮਝ ਲੱਗੀ ਨਾ ਜੀ, ਕਿਸੇ ਨਾ ਕਿਸੇ ਤਰ੍ਹਾਂ ਦੀ ਦੱਸਣੀ ਪੈਣੀ ਆ, ਕਿਉਂਕਿ ਤੁਸੀਂ ਭਾਵੇਂ ਉੱਪਰ ਡਿਸਐਗਰੀ ਹੋ ਜੀ, ਬਟ ਤੁਹਾਡੇ ਦੂਸਰੇ ਕੁਐਸਚਨ ਦੀ ਡਿਮਾਂਡ ਹੀ ਹੈ ਵੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਜੀ। ਤੁਸੀਂ ਭਾਵੇਂ ਐਗਰੀ ਹੋ ਭਾਵੇਂ ਨਹੀਂ ਹੋ ਜੀ। ਤਾਂ ਹੁਣ ਜੇ ਆਪਾਂ ਇੱਕ ਟਾਈਪ ਚੂਜ਼ ਕਰਨੀ ਹੋਵੇ ਤਾਂ ਆਪਾਂ ਕਿਹੜੀ ਕਰਾਂਗੇ ਜੀ, ਸਾਈਕੋਲੋਜੀਕਲ ਕਰ ਲਓ ਜੀ। ਸਾਈਕੋਲੋਜੀਕਲ ਪਨਿਸ਼ਮੈਂਟ ਤੁਸੀਂ ਕਹਿ ਦਿਓ ਜੀ ਠੀਕ ਹੈ ਜੀ, ਕਿਉਂਕਿ ਕਿਤੇ ਨਾ ਕਿਤੇ ਫਿਜ਼ੀਕਲ ਪਨਿਸ਼ਮੈਂਟ ਦੇ ਨੁਕਸਾਨ ਤੁਸੀਂ ਕਹਿ ਦਿਓ ਜ਼ਿਆਦਾ ਹੁੰਦਾ ਜੀ। ਤੁਸੀਂ ਫਿਜ਼ੀਕਲ ਕਹਿਣਗੇ ਪਨਿਸ਼ਮੈਂਟ ਕਿਉਂ ਨਹੀਂ ਕਿਹਾ, ਕਿਉਂਕਿ ਉਹ ਕਈ ਵਾਰੀ ਜੀ ਜੋ ਆਪਣੀ ਬੋਡੀ ਆ ਉਹ ਚੀਜ਼ ਨੂੰ ਟੋਲਰੇਟ ਨਹੀਂ ਕਰ ਪਾਉਂਦੀ ਜੀ। ਫੋਰ ਐਗਜ਼ਾਮਪਲ ਜੇ ਤੁਸੀਂ ਕਿਉਂ ਮੰਨ ਕੇ ਚਲੋ ਜੋ ਪੇਰੈਂਟਸ ਉਹ ਸਲੈਪ ਵਗੈਰਾ ਕਰਦੇ ਆ ਜਾਂ ਟੀਚਰਸ ਵਗੈਰਾ ਸਟਿੱਕ ਦੇ ਨਾਲ ਇੱਕ ਬੱਚੇ ਨੂੰ ਜਿਵੇਂ ਕੁੱਟਦੇ ਵਗੈਰਾ ਵਾ, ਤਾਂ ਉਹ ਚੀਜ਼ ਉਹਨਾਂ ਦੀ ਬੋਡੀ ਲਈ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਜੀ। ਤੇ ਸਾਈਕੋਲੋਜੀਕਲ ਪਨਿਸ਼ਮੈਂਟ ਹੋਣੀ ਚਾਹੀਦੀ, ਬਟ ਉਹਦੇ ਵਿੱਚ ਵੀ ਫ੍ਰੀਕੁਐਂਸੀ ਹੋਵੇ ਇੱਕ ਜੀ, ਯਾਨੀ ਕਿ ਬੜੇ ਹਾਰਡ ਲੈਵਲ ਦੀ ਨਹੀਂ ਹੋਣੀ ਚਾਹੀਦੀ। ਬਈ ਟੀਚਰ ਤੇ ਪੇਰੈਂਟਸ ਨੂੰ ਜੇ ਬੱਚੇ ਗਲਤੀ ਕਰਦੇ ਆ ਤਾਂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨ, ਬਸ ਫੀਅਰ ਕ੍ਰੀਏਟ ਕਰ ਦੇਣ ਉਹਨਾਂ ਦੇ ਵਿੱਚ, ਕਿਉਂਕਿ ਫੀਅਰ ਸਾਈਕੋਲੋਜੀਕਲ ਪਨਿਸ਼ਮੈਂਟ ਦਾ ਇੱਕ ਪਾਰਟ ਹੈ ਜੀ। ਤੇ ਤੁਸੀਂ ਕਹੋ ਜੀ ਉਹ ਉਹਨਾਂ ਨੂੰ ਡਰਾਉਣ, ਸਕੋਲਡ ਕਰ ਦੇਣ, ਝਿੜਕ ਦੇਣ। ਤੁਸੀਂ ਕਹੋ ਵੀ ਇਹ ਵੈਸੇ ਵੀ ਇੱਕ ਸਰਵੇ ਤੋਂ ਪਤਾ ਲੱਗਿਆ ਵਾ ਕਿ ਇੱਕ ਬੱਚੇ ਨੂੰ ਜਦੋਂ ਝਿੜਕਾਂ ਪੈਂਦੀਆਂ ਵਾ ਤਾਂ ਉਹ ਚੀਜ਼ ਉਹਨੂੰ ਗਲਤੀ ਕਰਨ ਤੋਂ ਜ਼ਿਆਦਾ ਰੋਕਦੀ ਆ ਕੁੱਟਣ ਦੀ ਬਜਾਏ, ਬੀਟ ਕਰਨ ਦੀ ਬਜਾਏ ਉਹਨੂੰ ਜਿਹੜੀਆਂ ਆਪਾਂ ਝਿੜਕਦੇ ਆ ਉਹ ਚੀਜ਼ ਜ਼ਿਆਦਾ ਪਾਵਰਫੁਲ ਹੁੰਦੀ ਹੈ, ਤੁਸੀਂ ਕਹਦੇ ਜੀ। ਕਿਉਂਕਿ ਸਾਈਕੋਲੋਜੀਕਲ ਯਾਨੀ ਕਿ ਜਿਹੜਾ ਪ੍ਰਭਾਵ ਪੈਂਦਾ ਬੱਚੇ ਉੱਪਰ ਉਹ ਗਹਿਰਾ ਪੈਂਦਾ ਵਾ ਜੀ ਥੋੜਾ ਜਿਹਾ। ਤਾਂ ਫਿਰ ਤੁਸੀਂ ਉਹਨੂੰ BP2 ਦੇ ਵਿੱਚ ਸਾਈਕੋਲੋਜੀਕਲ ਪਨਿਸ਼ਮੈਂਟ ਕਹਿ ਸਕਦੇ ਹੋ। ਐਗਜ਼ਾਮਪਲਾਂ ਇਹਦੀਆਂ ਇੱਕ ਦੋ ਦੇ ਸਕਦੇ ਹੋ। ਤੁਸੀਂ ਕੋ ਦੇਖੋ ਜੀ, ਜੇ ਇੱਕ ਟੀਚਰ ਜਾਨੀ ਕਿ ਬੱਚੇ ਨੂੰ ਜਾਨੀ ਕਿ ਫਿਜ਼ੀਕਲ ਪਨਿਸ਼ਮੈਂਟ ਦੇਣ ਲੱਗ ਗਿਆ ਤਾਂ ਹੋ ਸਕਦਾ ਬੱਚਾ ਸਕੂਲ ਜਾਵੇ ਹੀ ਨਾ ਜੀ, ਕਿਉਂਕਿ ਦੇਖੋ ਨਾ ਫਿਜ਼ੀਕਲ ਜਿਹੜੀ ਕਹਿਣ ਕਿ ਪਨਿਸ਼ਮੈਂਟ ਆ ਉਹਦਾ ਜਿਹੜਾ ਪੇਨ ਆ ਉਹ ਡਾਇਰੈਕਟਲੀ ਬੋਡੀ ਤੇ ਹੁੰਦਾ ਵੀ ਜ਼ਿਆਦਾ ਹੈ ਜੀ। ਤੇ ਬਟ ਸਾਈਕੋਲੋਜੀਕਲ ਪਨਿਸ਼ਮੈਂਟ ਦੇ ਵਿੱਚ ਨੋ ਡਾਊਟ ਕਿ ਇਹਦੇ ਨਾਲ ਵੀ ਬੱਚੇ ਨੂੰ ਬੁਰਾ ਲੱਗੂਗਾ, ਬਟ ਫਿਜ਼ੀਕਲ ਪੇਨ ਦੇ ਨਾਲੋਂ ਘੱਟ ਬੁਰਾ ਲੱਗੂਗਾ ਜੀ ਇਹਦੇ ਵਿੱਚ। ਤਾਂ ਉਹਦੇ ਚਾਂਸਸ ਹੈਗੇ ਆ ਕਿ ਉਹ ਸਕੂਲ ਵੀ ਜਾਇਆ ਕਰੂਗਾ ਤੇ ਉਹਦੀ ਹੁਣ ਰਾਈਟ ਤੇ ਰੋਂਗ ਚੀਜ਼ਾਂ ਦੇ ਵਿੱਚ ਪਹਿਚਾਣ ਆ ਜਿਹੜੀ ਉਹ ਵੀ ਉਹਦੀ ਵਧੀਆ ਹੋ ਜੂਗੀ। ਤਾਂ ਜਿਹੜਾ ਸੇਮ ਤਰੀਕੇ ਨਾਲ ਤੁਸੀਂ ਇਹ ਜਿਹੜਾ ਪੈਸੇਜ ਆ ਟਾਸਕ 2 ਆ ਇਹਨੂੰ ਤੁਸੀਂ ਡੀਲ ਕਰ ਸਕਦੇ ਹੋ।